ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਮੀਦ ਕਰਦੇ ਹਾਂ ਆਪ ਜੀ ਸਾਰੇ ਠੀਕ ਠਾਕ ਹੋਵੋਗੇ। ਸਮਾਂ ਕੱਢ ਕੇ ਬੈਠਕ ਜੁਆਇਨ ਕਰਨ ਲਈ, ਬੈਠਕ ਵਿੱਚ ਸ਼ਾਮਲ ਹੋਣ ਵਾਸਤੇ ਸਾਰਿਆਂ ਦਾ ਬਹੁਤ ਧੰਨਵਾਦ ਹੈ। ਕੋਸ਼ਿਸ਼ ਕਰਿਆ ਕਰੋ ਕਿ ਆਪਾਂ ਅੱਧਾ ਘੰਟਾ ਜਦੋਂ ਨਾਮ ਅਭਿਆਸ ਕਰੀਦਾ ਉਦੋਂ ਸਾਰੇ ਆਪਾਂ ਇੱਥੇ ਹਾਜ਼ਰ ਰਹੀਏ। ਇਹ ਗੱਲਾਂ ਇੰਟਰਸਟ ਬਹੁਤ ਹੈ, ਬਾਣੀ ਸਮਝਣੀ ਵੀ ਜ਼ਰੂਰੀ ਹੈ, ਬਾਣੀ ਪੜ੍ਹਨੀ ਵੀ ਜ਼ਰੂਰੀ ਹੈ, ਲੇਕਿਨ ਜਦੋਂ ਆਪਾਂ ਸੰਗਤੀ ਰੂਪ ਦੇ ਵਿੱਚ ਨਾਮ ਅਭਿਆਸ ਕਰਦੇ ਹਾਂ, ਆਪਾਂ ਸਮਾਂ ਬੰਨ੍ਹਿਆ, ਤੇ ਉਸ ਵੇਲੇ ਜ਼ਰੂਰ ਸ਼ਾਮਲ ਹੋਵੋ। ਆਪਾਂ 3 ਅੱਖਰਾਂ ਦੀ ਗੱਲ ਕਰਦੇ ਆ ਰਹੇ ਹਾਂ। ਥੋੜਾ ਜਿਹਾ ਆਪਾਂ ਫਿਰ ਇੱਕ ਵਾਰੀ ਰਿਵਾਈਜ਼ ਕਰ ਲਈਏ। ਇੱਕ ਜੱਜਾ ਪੱਪਾ ਔਰ ਦੂਸਰਾ ਜੱਜਾ ਪੱਪਾ ਪੱਪੇ ਨੂੰ ਸਿਹਾਰੀ, ਤੀਸਰਾ ਜੱਜਾ ਤੇ ਪੱਪਾ। ਜਿੱਥੇ ਪੱਪੇ ਨੂੰ ਔਂਕੜ ਹੈ, ਇਹ ਔਂਕੜ ਵੀ 3-4 ਕੰਮ ਕਰਦਾ ਸਾਰੀ ਗੁਰਬਾਣੀ 'ਚ। ਉਹ ਆਪਾਂ ਜਿੱਥੇ ਜਿੱਥੇ ਸ਼ਬਦ ਆਉਂਦੇ ਜਾਣਗੇ, ਜਿਵੇਂ ਜਿਵੇਂ ਔਂਕੜ ਦੀ ਵਰਤੋਂ ਹੋਏਗੀ, ਆਪਾਂ ਉੱਥੇ ਹਾਈਲਾਈਟ ਕਰੀ ਵੀ ਜਾ ਰਹੇ ਹਾਂ ਔਰ ਗਾਂਹ ਵੀ ਕਰੀ ਜਾਵਾਂਗੇ। ਇਹ ਹੈ ਹੁਕਮ ਕਿ ਇਹ ਜਪਣਾ ਹੈ, ਇਸ ਤੋਂ ਬਿਨਾਂ ਗੁਜ਼ਾਰਾ ਨਹੀਂ ਹੈ। ਦੂਸਰਾ ਪੱਪੇ ਨੂੰ ਸਿਹਾਰੀ ਕਿ ਜਪ ਕੇ, ਹਰ ਜਪੇ। ਜਪ ਕੇ ਸਾਨੂੰ ਹੋਣਾ ਕੀ ਹੈ? ਪਿਛਲੀ ਵਾਰੀ ਆਪਾਂ ਸ਼ਬਦ ਵਿਚਾਰਿਆ ਸੀ, ਉਹਦੇ 'ਚ ਆਇਆ ਸੀ ਪੱਪੇ ਨੂੰ ਸਿਹਾਰੀ, ਚੰਗੀ ਤਰ੍ਹਾਂ ਨਖੇੜਿਆ ਸੀ ਉੱਥੇ। ਆਪ ਸਾਰਿਆਂ ਨੇ ਵੀ ਕੋਸ਼ਿਸ਼ ਕਰਨੀ ਹੈ ਕਿ ਆਪ ਵੀ ਬਾਣੀ ਪੜ੍ਹ ਕੇ ਬਾਣੀ ਨੂੰ ਸਮਝਣਾ, ਔਰ ਇਹ ਜਿਹੜੇ ਸਿਹਾਰੀਆਂ ਬਿਹਾਰੀਆਂ ਔਂਕੜ ਲੱਗੇ ਨੇ, ਇਹਨਾਂ ਦੀ ਵੈਲਿਊ ਨੂੰ ਸਮਝਣਾ। ਫਾਰਮੂਲੇ ਅਸੀਂ ਦੱਸਦੇ ਆ ਰਹੇ ਹਾਂ। ਅੱਜ ਆਪਾਂ ਜਿਹੜਾ ਤੀਸਰਾ ਹੈ ਜੱਜਾ ਪੱਪਾ, ਸਕਰੀਨ ਤੇ ਦਰਸ਼ਨ ਕਰੋ। ਜੱਜਾ ਪੱਪਾ, ਸਿਰਫ ਅੱਗੇ ਤੱਤਾ ਪੱਪਾ, ਸਿਰਫ ਨਾ ਔਂਕੜ ਨਾ ਸਿਹਾਰੀ। ਸੰਜਮ, ਕੋਈ ਔਂਕੜ ਨਹੀਂ ਹੈ, ਕੋਈ ਸਿਹਾਰੀ ਨਹੀਂ ਹੈ। ਕਰਮ, ਕੋਈ ਔਂਕੜ ਨਹੀਂ ਹੈ, ਕੋਈ ਸਿਹਾਰੀ ਨਹੀਂ ਹੈ। ਹਾਂ, ਹਰ ਬਿਨ, ਬਿਨ ਦੇ ਨੰਨੇ ਨੂੰ ਔਂਕੜ ਹੈ। ਇਹ ਸ਼ਬਦ ਵੱਲ ਇਸ਼ਾਰਾ ਹੈ ਕਿ ਇਸ ਤੋਂ ਬਿਨਾਂ, ਹਾਈਲਾਈਟ ਕਰ ਦਿੱਤਾ, ਇਸ ਤੋਂ ਬਿਨਾਂ ਸਭ ਕੁਝ ਵਿਅਰਥ ਹੈ। ਹਰ ਬਿਨ ਅਵਰ ਕਿਰਿਆ ਬਿਰਥੇ। ਅੱਜ ਆਪਾਂ ਸ਼ਬਦ ਲੈ ਰਹੇ ਹਾਂ ਗੌੜੀ ਮਾਲਾ ਮਹੱਲਾ 5ਵਾਂ, ਪੋਥੀ ਪੰਨਾ ਨੰਬਰ 216, 216, ਪੇਜ ਨੰਬਰ 216। ਸੋ ਹਰ ਬਿਨ ਅਵਰ ਕਿਰਿਆ ਬਿਰਥੇ। ਆਪਾਂ ਸ਼ਬਦ ਗੁਰੂ ਨਾਨਕ ਦਾ ਆਲਵੇਜ਼ ਹਵਾਲਾ ਦਿੰਦੇ ਹਾਂ, ਜਪੋ ਤਾਂ ਏਕੋ ਨਾਮਾ, ਅਵਰ ਨਿਰਾ ਫਲ ਕਾਮਾ। ਹੂ ਬਹੂ ਬਿਲਕੁਲ ਉਸੇ ਗੱਲ ਦੀ ਪ੍ਰੋੜਤਾ ਹੈ, ਬਾਰ-ਬਾਰ ਜ਼ੋਰ ਦਿੱਤਾ ਗਿਆ। ਇੱਥੇ ਮਹੱਲਾ 5ਵਾਂ ਇਹੀ ਵਿਚਾਰ ਕਰ ਰਿਹਾ ਕਿ ਨਾਮ ਜਪਣ ਤੋਂ ਬਿਨਾਂ ਸਾਰੇ ਕਾਜ ਵਿਅਰਥ ਨੇ, ਜੇ ਉਹ ਧਾਰਮਿਕ ਸਮਝ ਕੇ ਕੀਤੇ ਜਾ ਰਹੇ ਆ। ਕਰਮ ਧਰਮ ਪਖੰਡ ਜੋ ਦਿਸੈ। ਇਹ ਸ਼ਬਦ ਆਪਾਂ ਵਿਚਾਰ ਲਿਆ। ਮੈਂ ਮੋਟਾ ਰਿਵਾਈਜ਼ ਕਰਦਾ ਆ ਰਿਹਾ ਕਿ ਧਰਮ ਦੇ ਖੇਤਰ ਦੇ ਵਿੱਚ ਜਿਹੜੀ ਵੀ ਚੀਜ਼ ਆਪਾਂ ਨੂੰ ਨਜ਼ਰ ਆ ਰਹੀ ਹੈ ਔਰ ਆਪਾਂ ਸਮਝ ਰਹੇ ਹਾਂ ਕਿ ਇਹ ਸਾਡਾ ਕੰਮ ਜਿਹੜਾ ਇਹ ਰੱਬ ਨੂੰ ਪਹੁੰਚ ਰਿਹਾ, ਜਾਂ ਰੱਬ ਦੀ ਭਗਤੀ ਦੇ ਵਿੱਚ ਇਹ ਕਾਜ ਨਾਲ ਸਾਡੀ ਹੈਲਪ ਹੋ ਰਹੀ ਹੈ, ਸਾਡੇ ਅਧਿਆਤਮ ਨੂੰ ਇੱਕ ਤਰ੍ਹਾਂ ਦਾ ਜ਼ੋਰ ਮਿਲ ਰਿਹਾ, ਪੁਸ਼ ਮਿਲ ਰਿਹਾ ਕਿ ਅਸੀਂ ਅਕਾਲ ਪੁਰਖ ਵਾਲੇ ਪਾਸੇ ਵੱਧ ਰਹੇ ਹਾਂ, ਉਹ ਨਾ ਸੋਚੋ, ਕਿਉਂਕਿ ਉਹ ਹੈ ਹੀ ਨਹੀਂ ਹੈ, ਕਾਊਂਟ ਗਿਣਤੀ ਦੇ ਵਿੱਚ ਹੀ ਨਹੀਂ ਹੈ। ਹਰ ਬਿਨ ਅਵਰ ਕਿਰਿਆ ਬਿਰਥੇ। ਹੋਰ ਕਿੱਦਾਂ ਪਾਤਸ਼ਾਹ ਸਮਝਾਉਣਗੇ, ਕਿੱਦਾਂ ਆਪਾਂ ਸਮਝਾਂਗੇ? ਜਪੋ ਤਾਂ ਏਕੋ ਨਾਮਾ, ਅਵਰ ਨਿਰਾ ਫਲ ਕਾਮਾ।
ਇਹ ਜਿੰਨੇ ਕਰਮਕਾਂਡ ਨੇ ਸਭ ਤੋਂ ਵੱਡਾ ਜਿਹੜਾ ਕਰਮਕਾਂਡ ਹੈ, ਇਹਨਾਂ ਮੁਹੱਲਿਆਂ ਦੀ ਬਾਣੀ ਹੈ। ਮੁਹੱਲਾ ਪੰਜਵਾਂ, ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੋਂਗਮ ਸਾਧੇ, ਪੰਜ ਜਨਾਂ ਸੋ ਸੰਗ ਨਾ ਛੁਟਕਿਓ, ਅਦਕ ਅਹੰਗ ਬੁੱਧ ਬਾਧੇ। ਪਿਆਰੇ ਇਨ ਵਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ। ਸਭ ਤੋਂ ਵੱਡਾ ਜਿਹੜਾ ਕਰਮਕਾਂਡ ਹੈ ਸਿੱਖੀ ਦੇ ਵਿੱਚ, ਬ੍ਰਹਮਣਵਾਦ ਦੇ ਪ੍ਰਭਾਵ ਹੇਠ, ਸਨਾਤਨ ਦੇ ਪ੍ਰਭਾਵ ਹੇਠ ਪਾਠਾਂ ਦਾ ਕੰਮ ਹੋ ਰਿਹਾ ਕਿ ਜੋ ਲਿਖਿਆ ਉਹਨੂੰ ਅਮਲ 'ਚ ਨਹੀਂ ਲੈ ਕੇ ਆਉਣਾ, ਉਹਦੇ ਪਾਠ ਕਰੀ ਜਾਓ। ਇਹਦੇ ਨਾਲ ਕੱਖ ਨਹੀਂ ਸਵਰੇਗਾ। ਕਿਤੇ ਪ੍ਰੋੜਤਾ ਨਹੀਂ ਕੀਤੀ ਗਈ ਇਸ ਚੀਜ਼ ਦੀ ਕਿ ਹਾਂ ਸਮਝੇ ਸੂਝੇ ਪੜ੍ਹ ਪੜ੍ਹ ਬੁੱਝੇ। ਇਸ ਚੀਜ਼ ਦੀ ਪ੍ਰੋੜਤਾ ਕੀਤੀ ਗਈ ਹੈ ਕਿ ਆਪਾਂ ਗੁਰਬਾਣੀ ਨੂੰ ਪੜ੍ਹ ਪੜ੍ਹ ਕੇ ਸਮਝਣਾ। ਇੱਕ ਵਾਰ ਪੜ੍ਹੋ, ਦੂਜੀ ਵਾਰ ਪੜ੍ਹੋ, 10 ਵਾਰ ਪੜ੍ਹੋ, 15-20 ਵਾਰ ਪੜ੍ਹੋ, ਰੱਜ ਕੇ ਪੜ੍ਹੋ, ਲੇਕਿਨ ਉਹਨੂੰ ਸਮਝਣਾ ਹੈ ਕਿ ਅਸੀਂ ਇਹਨੂੰ ਫੋਲੋ ਵੀ ਕਰ ਰਹੇ ਹਾਂ। ਜੋ ਉਹ ਸਾਨੂੰ ਕਹਿ ਰਹੀ ਹੈ ਉਹਨੂੰ ਅਸੀਂ ਫੋਲੋ ਕਰਨਾ। ਆਪਣੇ ਦਿਲੋਂ ਦਿਮਾਗ ਦੇ ਉੱਤੇ, ਆਪਣੇ ਸਰੀਰ, ਜਿਸ ਦਾ ਵੀ ਸਾਨੂੰ ਗਾਈਡੈਂਸ ਦਿੰਦੀ ਹੈ ਗੁਰਬਾਣੀ, ਉੱਦਾਂ ਉਹਨੂੰ ਫੋਲੋ ਕਰਨਾ। ਇਹ ਨਹੀਂ ਹੈ ਕੋਈ ਇੰਸਟਰਕਸ਼ਨ ਲਿਖੀ ਹੈ ਤਾਂ ਉਹਨੂੰ ਪੜ੍ਹੀ ਜਾਓ। ਹੁਣ ਇੱਕ ਬੱਚਾ ਕੋਈ ਮੈਥਮੈਟਿਕਸ ਦੇ ਵਿੱਚ ਵੀਕ ਹੋਵੇ, ਉਹਨੂੰ ਟੀਚਰ ਕੀ ਕਹੂਗਾ ਵੀ ਤੂੰ ਇਹ ਕਿਤਾਬ ਨੂੰ ਰੁਮਾਲਿਆਂ 'ਚ ਲਪੇਟ ਕੇ ਜਾਂ ਕੱਪੜਿਆਂ 'ਚ ਲਪੇਟ ਕੇ ਇਹਦੀ ਪੂਜਾ ਕਰਨੀ ਸ਼ੁਰੂ ਕਰ ਦੇ। ਉਹ ਨਹੀਂ, ਉਹ ਕਹੇਗਾ ਕਿ ਮਿਹਨਤ ਕਰ, ਹੋਰ ਕਿਤਾਬ ਨੂੰ ਸਿਰ ਤੇ ਝੂਟੇ ਦੇਣੇ ਸ਼ੁਰੂ ਕਰ ਦੇ। ਨਹੀਂ, ਉਹ ਕਹੇਗਾ ਕਿ ਕਿਤਾਬ ਪੜ੍ਹ ਖੋਲ ਕੇ, ਇਹਨੂੰ ਯਾਦ ਕਰ, ਬਾਰ-ਬਾਰ ਪੜ੍ਹ ਕੇ ਦੇਖ ਕਿ ਤੈਨੂੰ ਸਮਝ ਪਏਗੀ। ਜੇ ਨਹੀਂ ਸਮਝ ਪੈਂਦੀ ਤੇ ਮੈਂ ਤੈਨੂੰ ਸਮਝਾਊਂਗਾ। ਸਿੱਧੀ ਜੀ ਗੱਲ ਹੈ। ਇੱਥੇ ਹਰ ਬਿਨ ਅਵਰ ਕਿਰਿਆ ਬਿਰਥੇ। ਹੁਣ ਆ ਗਿਆ ਜਿਹੜੇ ਕਰਮਕਾਂਡ, ਜਪ। ਸਾਰੀ ਗੁਰਬਾਣੀ ਦੇ ਵਿੱਚ ਜਿੱਥੇ ਇਹ ਅੱਖਰ ਹੋਏਗਾ ਜੱਜਾ ਤੇ ਪੱਪਾ, ਉਹ ਕਰਮਕਾਂਡ ਹੋਏਗਾ ਔਰ ਉਹ ਕਰਨ ਦੀ ਮਨਾਹੀ ਹੋਏਗੀ ਹਮੇਸ਼ਾ। ਮੈਂ ਪਿਛਲੀ ਵਾਰ ਥੋੜਾ ਜਿਹਾ ਹਵਾਲਾ ਦਿੱਤਾ ਸੀ ਮਿਸਟੇਕਸ ਦੇ ਬਾਰੇ, ਸ਼ਬਦ ਕੱਢ ਕੇ ਆਪ ਜੀ ਨੂੰ ਦਿਖਾ ਚੁੱਕੇ ਹਾਂ। ਇਸ ਤਰ੍ਹਾਂ ਦੀਆਂ ਮਿਸਟੇਕਸ ਵੀ ਹਨ, ਉਹ ਆਪਾਂ ਹਾਈਲਾਈਟ ਨਾਲ ਕਰਦੇ ਜਾਵਾਂਗੇ ਰੀਜ਼ਨ ਦੇ ਕੇ। ਹੁਣ ਇੱਥੇ ਰੀਜ਼ਨ ਇਹ ਹੈ, ਇੱਥੇ ਬਿਲਕੁਲ ਠੀਕ ਹੈ ਸਪੈਲਿੰਗ। ਕਿਉਂਕਿ ਇੱਥੇ ਹਰ ਬਿਨ ਨੰਨੇ ਨੂੰ ਔਂਕੜ ਆ ਗਿਆ ਕਿ ਇੱਕ ਨਾਮ ਜਪਣ ਤੋਂ ਬਿਨਾਂ ਸਾਰੇ ਕਾਜ ਵਿਅਰਥ ਨੇ। ਮਿੱਥੇ ਹੋਏ ਧਾਰਮਿਕ ਕੰਮ ਸਾਡੇ ਕੰਮ ਨਹੀਂ ਆ ਸਕਦੇ। ਕਿਉਂ? ਜਪ, ਤਪ, ਸੰਜਮ, ਕਰਮ ਕਮਾਣੇ, ਇਹ ਓਰੈ ਮੂਸੇ। ਇਹ ਸਿਰਫ ਜਿਹੜੇ ਆਪਾਂ ਮਨ ਨੂੰ ਤਸੱਲੀ ਦੇਣ ਵਾਸਤੇ ਕਿ ਜੀ 40 ਪਾਠ ਕਰ ਲਓ ਸੁਖਮਨੀ ਸਾਹਿਬ ਦੇ, ਜਪਜੀ ਸਾਹਿਬ ਦੇ 51 ਪਾਠ ਕਰ ਲਓ, ਸੁਖਮਨੀ ਸਾਹਿਬ ਦੇ 31 ਪਾਠ ਕਰ ਲਓ, ਇਹ ਜਪ ਤਪ ਕਹਿੰਦੇ ਇਹਨੂੰ। ਗਿਣ ਮਿੱਥ ਕੇ ਪੌੜੀਆਂ ਤੇ ਪੈਰਾਂ ਨੂੰ ਇੱਕ ਪੈਰ ਤੇ ਖੜੇ ਹੋ ਕੇ ਪਾਠ ਕਰ ਲਓ। ਹੁਣ ਤੇ ਚਲੋ ਨਹੀਂ ਕਰਦੇ, ਕਈ ਪਹਿਲਾਂ ਕਿੱਲੀਆਂ ਨਾਲ ਕੇਸ ਬੰਨ ਕੇ ਜਾਂ ਦਰਖਤਾਂ ਨਾਲ ਕੇਸ ਬੰਨ ਕੇ ਕਰਦੇ ਸੀ ਇਦਾਂ ਦੇ ਕੰਮ। ਬਥੇਰੇ ਟੋਲੇ ਹੋਏ ਆ ਸਾਧਾਂ ਦੇ ਜਿਹੜੇ ਆਹ ਕੰਮ ਕਰਦੇ ਰਹੇ ਆ, ਔਰ ਦੁਨੀਆ ਨੂੰ ਇਹਨਾਂ ਨੇ ਅੰਨ੍ਹਿਆ ਕਰ ਦਿੱਤਾ ਬਿਲਕੁਲ। ਆਪਾਂ ਇਸ ਚੀਜ਼ ਤੋਂ ਬਚਣਾ ਹੈ। ਗੁਰਬਾਣੀ ਸਾਡਾ ਗੁਰੂ ਹੈ, ਗੁਰਬਾਣੀ ਸਾਡਾ ਗਿਆਨ ਹੈ। ਗੁਰਬਾਣੀ ਦੇ ਵਿੱਚੋਂ ਨਾਮ ਨਿਕਲ ਕੇ ਜਿਹੜਾ ਬਾਹਰ ਆ ਰਿਹਾ, ਇੱਕ ਅੱਖਰ ਵੱਲ ਇਸ਼ਾਰਾ ਕਰ ਰਹੇ ਸਾਰੇ ਮੁਹੱਲੇ, ਸਾਰੇ ਭਗਤ ਭਗਤੀ ਕਰਨ ਵੱਲ, ਨਾਮ ਦਾ ਅਭਿਆਸ ਕਰਨ ਵੱਲ। ਅਸੀਂ ਉਹ ਕੰਮ ਕਰਨਾ, ਉੱਤੇ ਜ਼ੋਰ ਦੇਣਾ। ਸੰਜਮ ਲਫ਼ਜ਼ ਆ ਗਿਆ। ਸੰਜਮ ਦਾ ਡਿਕਸ਼ਨਰੀ ਮੀਨਿੰਗ ਹੈ ਰਹਿਤ ਮਰਿਆਦਾ, ਕੋਡ ਆਫ ਕੰਡਕਟ। ਸੰਜਮ ਕਰਨਾ ਕਿ ਮੈਂ ਆਹ ਕੰਮ ਕਰਨ ਵਾਸਤੇ ਇੱਦਾਂ ਦੇ ਵਸਤਰ ਪਾਉਣੇ ਆ, ਮੈਂ ਆਹ ਕੰਮ ਕਰਨ ਵਾਸਤੇ ਪਹਿਲਾਂ ਨਹਾਉਣਾ ਹੈ, ਮੈਂ ਆਹ ਕੰਮ ਕਰਨ। ਯੁੱਗ, ਸਤਯੁਗ, ਦੁਆਪਰ, ਤ੍ਰੇਤਾ, ਕਲਯੁਗ, ਇਹ ਸਮੇਂ ਨੇ। ਇਹਦੇ ਬਾਰੇ ਵੀ ਆਪਾਂ ਡਿਟੇਲ 'ਚ ਅੱਗੇ ਗੱਲ ਹੋਏਗੀ ਜ਼ਰੂਰ। ਕਿਸੇ ਯੁੱਗ ਦੇ ਵਿੱਚ ਵੀ ਅਕਾਲ ਪੁਰਖ ਐਬਸੈਂਟ ਨਹੀਂ ਰਿਹਾ, ਗੈਰ ਹਾਜ਼ਰ ਨਹੀਂ ਰਿਹਾ। ਜੁਗਾਦ ਸੱਚ, ਅੱਛਾ ਹੈ ਵੀ ਸੱਚ, ਇਹ ਰਹਿਣਾ ਵੀ ਹੈ। ਨਾਨਕ ਹੋਸੀ ਵੀ ਸੱਚ, ਸੱਚ ਹੈ, ਸੱਚ ਹੀ ਰਹੇਗਾ। ਹੁਣ ਇੱਥੇ ਚੱਚੇ ਨੂੰ ਔਂਕੜ ਹੈ ਸੱਚ, ਇਹ ਹੈ ਹੀ ਅਕਾਲ ਪੁਰਖ ਹੈ, ਇਹ ਹੈ ਹੀ ਪਰਮਾਤਮਾ, ਇਹ ਹੈ ਹੀ ਜਿਸ ਹਸਤੀ ਦੀ ਹੋਂਦ ਸਦਾ ਵਾਸਤੇ ਕਾਇਮ ਹੈ। ਇਹ ਉਸ ਹਸਤੀ ਦੀ ਗੱਲ ਕੀਤੀ ਗਈ ਹੈ, ਉਸ ਸ਼ਕਤੀ ਦੀ ਗੱਲ ਕੀਤੀ ਗਈ ਹੈ,
उस पावर की गल की गई है, प्रभु की गल की गई है। प्रभु की होंद मुढ़ तो ही सदीवी है। हर युग दे विच प्रभु मौजूद है। प्रभु ऐस वेले भी मौजूद है ते प्रभु अगां वास्ते भी सदा सदा वास्ते मौजूद रहेगा, कायम रहेगा। इत्थे आ गया नंबर 1। ये निशानी है कि यह श्लोक है। हुण अगे ज्ञान शुरू हो रहा है। इत्थे भी नंबर 1 आ गया। इनू असीं कहना है पदा, स्टैंजा, बाणी का पहला स्टैंजा। दसदे आ रहे हैं कि पौड़ी की जिथे लोड़ है कहण दी, उत्थे पातशाह ने पौड़ी आप ही लिखिया, हैडिंग श्लोक लिखिया, पौड़ी लिखिया, महला तीजा हैडिंग आप पाए ने। सानू की लोड़ है उन्होंने एवें चेंज करन दी। श्लोक तो बाद ज्ञान शुरू हुंदा। पहली ही जिहड़ी कटाक्ष है और जिहड़ी मुख गल सी ना उस वेले, वो ये सी भी जिहड़ा ब्राह्मण सी उन्हें ऐसी दुनिया चक्रां च पाई सी भी आ कम करना, हथ धो के, मूँह धो के, पैर धो के, आ कम करना, नहा के, पवित्र हो के। इहदा मतलब सोचना नहीं है। शौच लफज है संस्कृत देवनागरी लिपि का। इनू इसे करके हिंदी देवनागरी लिपि दे विच जिहड़ा बाथरूम है, जिन्हों असी रेस्ट रूम कहने हैं, उन्होंने हिंदी च कहते शौचालय। शौचालय असल लफज है शौच। कहते नहा नहा के सुचमताई कर करके सुचमताई नहीं हो सकती, भावें लख वार नहाई जाओ। सोचै सोच ना होवे जे सोची लख वार, भावें कहते लख वारी इशनान करी जाओ, जिथे मर्जी जाके। भगत नामदेव जी का शब्द नहीं आता, 42 लख जी जल में होते बीठल पहला काए करो। ਉਹ ਨਵਾਉਂਦੇ ਸੀ ਜਦੋਂ ਜਿਹੜੇ ਮੰਨਦੇ ਸੀ ਮੂਰਤੀ ਨੂੰ ਨਵਾਈ ਜਾਂਦੇ ਸੀ ਪਾਣੀ ਦੇ ਨਾਲ। ਉਹ ਕਹਿੰਦੇ 42 ਲੱਖ ਜੀ ਇਹ ਪਾਣੀ ਦੇ ਵਿੱਚ ਨੇ, ਕੀ ਕਰੀ ਜਾ ਰਹੇ ਤੁਸੀਂ, ਇਹ ਕਿੱਦਾਂ ਪਵਿੱਤਰ ਹੋ ਜਾਓ। ਹੁਣ ਆਪਾਂ ਐਗਜ਼ਾਮਪਲ ਲਈਏ ਅੰਦਰੋਂ ਗੁਰਬਾਣੀ ਚੋਂ। ਗੁਰਬਾਣੀ ਕੀ ਕਹਿੰਦੀ ਹੈ? ਸ਼ਬਦ ਹੈ ਸ੍ਰੀ ਰਾਗ ਮਹੱਲਾ ਪਹਿਲਾ, ਬਾਬੇ ਨਾਨਕ ਦਾ ਸ਼ਬਦ ਹੈ। ਉਸ ਸ਼ਬਦ ਦੇ ਵਿੱਚ ਇਹਦਾ ਪੇਜ ਨੰਬਰ ਹੈ ਜੀ 59। ਸ੍ਰੀ ਰਾਗ ਮਹੱਲਾ ਪਹਿਲਾ, ਪੇਜ ਨੰਬਰ 59। ਕਹਿੰਦੇ ਕਥਨੈ ਕਹਿਣ ਨਾ ਛੁੱਟੀਐ, ਨਾ ਪੜ੍ਹ ਪੁਸਤਕ ਭਾਰ। ਨਿਰੀਆਂ ਗੱਲਾਂ ਕਰਨ ਨਾਲ ਜਾਂ ਪੁਸਤਕਾਂ ਦੇ ਢੇਰਾਂ ਦੇ ਢੇਰ ਪੜ੍ਹਨ ਨਾਲ ਬਚਿਆ ਨਹੀਂ ਜਾ ਸਕਦਾ, ਛੁੱਟਿਆ ਨਹੀਂ ਜਾ ਸਕਦਾ। ਅੱਗੇ ਕਹਿੰਦੇ ਕਾਇਆ ਸੋਚ ਨਾ ਪਾਈਐ, ਬਿਨ ਹਰ ਭਗਤੇ ਪਿਆਰ। ਨਿਰੇ ਸਰੀਰ ਦੀ ਪਵਿੱਤਰਤਾ ਦੇ ਨਾਲ ਪਰਮਾਤਮਾ ਨੂੰ ਨਹੀਂ ਪਾਇਆ ਜਾ ਸਕਦਾ। ਨਹਾ ਕੇ 5 ਇਸ਼ਨਾਨੇ ਕਰ ਕਰਕੇ ਇਹ ਤੇ ਪਰਮਾਤਮਾ ਨੂੰ ਪਾਉਣ ਦਾ ਰਾਹ ਹੀ ਨਹੀਂ ਹੈ। ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ। ਖੰਨਲੀ ਧੋਤੀ ਉਜਲੀ ਨਾ ਹੋਵੇ ਜੇ 100 ਧੋਵਣ ਪਾਓ। ਖੰਨਲੀ ਧੋਤੀ ਉਜਲੀ ਨਾ ਹੋਵੇ ਜੇ 100 ਧੋਵਣ ਪਾਓ। ਇਹ ਸ਼ਲੋਕ ਮਹੱਲਾ ਤੀਜਾ ਗੁਰੂ ਅਮਰਦਾਸ ਪਾਤਸ਼ਾਹ ਦੀ ਬਾਣੀ ਹੈ। ਕਹਿੰਦੇ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ। ਖੰਨਲੀ ਧੋਤੀ ਉਜਲੀ ਨਾ ਹੋਵੇ ਜੇ 100 ਧੋਵਣ ਪਾਓ। ਗੁਰ ਪ੍ਰਸਾਦੀ ਜੀਵਤ ਮਰੈ, ਉਲਟੀ ਹੋਵੇ ਮਤ ਬਦਲਾਓ। ਨਾਨਕ ਮੈਲ ਨਾ ਲੱਗੇ ਨਾ ਫਿਰ ਜੋਨੀ ਪਾਓ। ਗੁਰੂ ਦੀ ਕਿਰਪਾ ਦੇ ਨਾਲ ਮਨ ਨੂੰ ਇੱਕ ਪਾਸੇ ਤੋਂ ਮਾਇਆ ਵੱਲੋਂ ਹਟਾ ਕੇ ਨਾਮ ਵਾਲੇ ਪਾਸੇ ਲਾਉਣਾ। ਗੁਰ ਪ੍ਰਸਾਦੀ ਜੀਵਤ ਮਰੈ, ਇਹਨੂੰ ਕਹਿੰਦੇ ਜੀਵਤ ਮਰਨਾ। ਇੱਥੇ ਜੀਵਤ ਦੇ ਤੱਤੇ ਨੂੰ ਔਂਕੜ ਹੋਏਗਾ। ਮਿਹਨਤ ਕਰਨੀ, ਨਾਮ ਅਭਿਆਸ ਕਰਨਾ। ਉਲਟੀ ਹੋਵੇ ਗੁਰ ਪ੍ਰਸਾਦੀ ਜੀਵਤ ਮਰੈ, ਉਲਟੀ ਹੋਵੇ ਮਤ ਬਦਲਾਓ।
कि मत माया वाले पास्यों उल्टी हो जे, परमात्मा वाले पासे आ जाए। नानक मैल ना लग गई, ना फिर जोनी पाओ। आगे परमात्मा के गुण। सो नहा के पवित्रताइयां कर करके कर्म कांड है, सारा कुछ इत्थे ही रह जाना। ये कोई चीजां कम नहीं आउणियां सवाए शब्द अभ्यास तो। ਜਿਹੜੇ ਕਰਦੇ ਉਹਨਾਂ ਨੂੰ ਮੁਬਾਰਕ ਹੈ। ਅਗਲੀ ਲਾਈਨ ਹੈ, ਚੁੱਪ ਹੈ ਚੁੱਪ ਨਾ ਹੋਵਈ ਜੇ ਲਾਏ ਰਹਾਂ ਲਿਵ ਤਾਰ। ਹੁਣ ਚੁੱਪ ਆ ਡੰਗਰ ਜਿਹੜੇ ਆ ਸਾਰੇ ਜਾਨਵਰ ਜੰਗਲਾਂ ਦੇ ਵਿੱਚ ਚੁੱਪ ਕੀਤੇ ਹੀ, ਆ ਮਿਰਗ ਜਿਹੜਾ ਚੁੱਪ ਹੀ ਰਹਿੰਦਾ ਸਾਰੀ ਜ਼ਿੰਦਗੀ, ਬਹੁਤ ਘੱਟ ਬੋਲਦਾ। ਮਨ ਦੀ ਚੁੱਪ ਕਰਾਉਣੀ ਹੈ। ਜਿਹੜਾ ਮਨ ਦਾ ਸ਼ੋਰ ਹੈ, ਵਿਚਾਰਾਂ ਦਾ ਜਿਹੜਾ ਸ਼ੋਰ ਹੈ, ਅੰਦਰ ਚੱਲ ਰਿਹਾ ਮਨ, ਉਸ ਨੂੰ ਚੁੱਪ ਕਰਨਾ, ਉਸ ਨੂੰ ਠੱਲ ਪਾਉਣੀ ਹੈ। ਉਦਾਂ ਅਸੀਂ ਚੁੱਪ ਕਰ ਜਾਈਏ, ਸਮਾਧੀ ਲਾ ਲਈਏ ਵੀ ਮੈਂ ਚੁੱਪ ਕਰਕੇ ਬੈਠਾ, ਤੇ ਮਨ 'ਚ ਵਿਚਾਰ ਚੱਲੀ ਜਾਣ, ਉਹਨੂੰ ਬਾਬਾ ਨਾਨਕ ਧੁਰੋਂ ਹੀ ਮੁੱਢ ਤੋਂ ਹੀ ਉਹਨੂੰ ਨਕਾਰਦਾ ਹੈ। ਜੇ ਲਾਏ ਰਹਾਂ ਲਿਵ ਤਾਰ। ਮਨ ਦੀ ਚੁੱਪ ਕਰਾਉਣੀ ਹੈ, ਮਨ ਦੇ ਵਿਚਾਰ ਰੋਕਣੇ ਨੇ, ਮਨ ਦੇ ਵਿਚਾਰਾਂ ਨੂੰ ਠੱਲ ਪਾਉਣੀ ਹੈ। ਮਨ ਤੂੰ ਜੋਤ ਸਰੂਪ ਹੈ, ਜਿਹੜਾ ਅਕਾਲ ਪੁਰਖ ਦੀ ਜੋਤ ਹੈ, ਅਸੀਂ ਉਹਨੂੰ ਪ੍ਰਗਟ ਕਰਨਾ ਹੈ। ਕਰ ਪ੍ਰਗਟ ਆਖ ਸੁਣਾਇਆ। ਉਹਦੇ ਲਈ ਸਾਨੂੰ ਨਾਮ ਨੂੰ ਕਹਿਣਾ ਪਊਗਾ, ਜਿੰਨਾ ਅਸੀਂ ਕਹਿਣਾ ਉਹਨੂੰ ਸੁਣਨਾ ਪਊਗਾ। ਇਹੀ ਧਿਆਨ ਹੈ, ਤਾਂ ਕਿ ਸਾਡਾ ਮਨ ਇੱਧਰ ਉੱਧਰ ਵਿਚਾਰਾਂ 'ਚ ਨਾ ਭਟਕੇ। ਜੇ ਚੁੱਪ ਕਰਕੇ ਸਰੀਰ ਦੀ ਸਮਾਧੀ ਲਾ ਕੇ ਬਹਿ ਜਾਓਗੇ, ਇੱਦਾਂ ਚੁੱਪ ਕਰਕੇ ਮਨ ਦੀ ਸ਼ਾਂਤੀ ਨਹੀਂ ਹੋ ਸਕਦੀ, ਨਾ ਉਹਨੂੰ ਭਗਤੀ ਕਿਹਾ ਜਾ ਸਕਦਾ। ਉਹ ਕਰਮ ਕਾਂਡ ਹੈ, ਆਪਾਂ ਸ਼ਬਦ ਪੜ੍ਹ ਕੇ ਨਖੇੜਾ ਕਰਤਾ ਹੈ। ਅੱਗੇ ਹੈ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਹੁਣ ਇਹ ਹੁਣ ਸਮਝ ਲਓ, ਬਿਲਕੁਲ ਲੇਮੈਨ 'ਚ ਆਪਾਂ ਗੱਲ ਕਰਦੇ ਹਾਂ। ਜਿਹੜਾ ਬੰਦਾ ਜਿਹਨੂੰ ਸੰਤੋਖ ਹੀ ਨਹੀਂ ਹੈ, ਭਾਵੇਂ ਉਹਨੂੰ ਪੁਰੀਆਂ ਦਾ ਭਾਰ ਬੰਨ ਕੇ ਦੇ ਦਿਓ, ਦੁਨੀਆ ਦਾ ਸੋਨਾ ਹੀਰੇ ਮੋਤੀ ਇਕੱਠੇ ਕਰਕੇ ਦੇ ਦਿਓ, ਜਿਹਨੂੰ ਸੰਤੋਖ ਹੀ ਨਹੀਂ ਹੈ, ਉਹਦੀ ਤ੍ਰਿਸ਼ਨਾ ਦੂਰ ਨਹੀਂ ਹੋ ਸਕਦੀ। ਜੋ ਭੁੱਖਾ ਹੈ, ਉਹਨੂੰ ਜਿੰਨਾ ਮਰਜ਼ੀ ਮਿਲ ਜੇ, ਉਹਦੀ ਭੁੱਖ ਖਤਮ ਨਹੀਂ ਹੋ ਸਕਦੀ। ਆ ਮਤਲਬ ਇਸ ਲਾਈਨ ਦਾ। ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਜਿਹਨੂੰ ਸੰਤੋਖ ਹੀ ਨਹੀਂ ਹੈ, ਜਿੰਨਾ ਮਰਜ਼ੀ ਉਹਨੂੰ ਗੱਡੇ ਲੱਦ ਕੇ ਦੇ ਦਿਓ ਸੋਨਾ, ਉਹਦੀ ਤ੍ਰਿਸ਼ਨਾ ਨਹੀਂ ਦੂਰ ਹੋਣੀ। ਅੱਗੇ ਚਲੀਏ, ਸਾਹਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਇੱਥੇ ਨਾਸਕੀ ਉਚਾਰਨ ਆਏਗਾ, ਹੋ ਹੈ, ਹਾਹੇ ਨੂੰ ਸਿਹਾਰੀ ਹੈ ਹੋਏ, ਕਿਉਂਕਿ ਇਹ ਬਹੁ ਗਿਣਤੀ ਹੈ। ਸਾਹਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਇਹ ਹੁੰਦੀਆਂ ਨੇ ਚਤਰਾਈਆਂ, ਵੀ ਬੰਦਾ ਬਹੁਤ ਸਿਆਣਾ, ਉਹ ਸਿਆਣਾ ਹੋਣ ਦੇ ਨਾਲ ਅਕਾਲ ਪੁਰਖ ਦੇ ਨੇੜੇ ਨਹੀਂ ਹੋ ਸਕਦਾ। ਦੁਨਿਆਵੀ ਕੰਮ ਬੜੇ ਅੱਛੇ ਕਰ ਸਕਦਾ, ਬੜਾ ਇੰਟੈਲੀਜੈਂਟ ਹੈ, ਉਹ ਚੰਗਾ ਆਫਿਸਰ, ਚੰਗਾ ਐਡਮਿਨਿਸਟ੍ਰੇਟਰ ਹੋ ਸਕਦਾ, ਉਹ ਚੰਗਾ ਪ੍ਰਧਾਨ ਮੰਤਰੀ ਹੋ ਸਕਦਾ, ਚੰਗਾ ਪ੍ਰੋਫੈਸਰ ਹੋ ਸਕਦਾ, ਪਰ ਅਕਾਲ ਪੁਰਖ ਦੇ ਨੇੜੇ ਨਹੀਂ ਹੋ ਸਕਦਾ। ਇਸ ਕਰਕੇ ਕਿਹਾ, ਭਾਵੇਂ ਲੱਖ ਹੋਣ, ਇੰਟੈਲੀਜੈਂਟ ਬੁੱਧੀਜੀਵੀ ਲੱਖ ਹੋਵੇ, ਇੱਕ ਨਾ ਚੱਲੇ ਨਾਲ। ਇੱਕ ਵੀ ਚਤਰਾਈ ਉਹਦੀ ਪਰਮਾਤਮਾ ਦੇ ਰਸਤੇ ਦੇ ਉੱਤੇ, ਪਰਮਾਰਥ ਦੇ ਰਾਹ ਦੇ ਉੱਤੇ ਸਾਥ ਨਹੀਂ ਦੇ ਸਕਦੀ, ਜਿੰਨਾ ਚਿਰ ਉਹ ਭਗਤੀ ਨਹੀਂ ਕਰਦਾ। ਅੱਗੇ ਚੱਲੀਏ, ਕਹਿੰਦੇ ਕਿਵ ਸਚਿਆਰਾ ਹੋਈ ਹੈ। ਹੁਣ ਸਚਿਆਰ ਕਿਹੜਾ ਹੁੰਦਾ ਹੈ? ਸਚਿਆਰ ਕਿਹਨੂੰ ਕਿਹਾ ਜਾਂਦਾ ਹੈ? ਜਿਹੜਾ ਸੱਚ ਦੇ ਨੇੜੇ ਹੋਵੇ। ਸਿੰਪਲ। ਸਚਿਆਰ ਉਹੀ ਹੈ ਜਿਹੜਾ ਸੱਚ ਦੇ ਨੇੜੇ ਹੋਵੇ। ਕਹਿੰਦੇ ਸਚਿਆਰਾ ਕਿਵੇਂ ਬਣਿਆ ਜਾਏ, ਰੱਬ ਦੇ ਨੇੜੇ ਕਿਵੇਂ ਹੋਇਆ ਜਾਏ? ਕਿਵ ਕੂੜੈ ਟੁੱਟੈ ਪਾਲ। ਇਹ ਕਿਵੇਂ ਕੂੜ ਭਰਮ ਦੀ, ਮਾਇਆ ਦੀ ਜਿਹੜੀ ਕੰਧ ਹੈ, ਜਿਹੜੇ ਬੰਧਨ ਨੇ, ਇਹ ਕਿਵੇਂ ਟੁੱਟਣ ਤੇ ਅਸੀਂ ਰੱਬ ਦੇ ਨੇੜੇ ਕਿਵੇਂ ਹੋਈਏ? ਹੁਕਮੇ ਰਜਾਈ ਚੱਲਣਾ ਨਾਨਕ ਲਿਖਿਆ ਨਾਲ।
उस हुक्म दे विच आउणा पएगा जिन्हों असीं निखेड़ आए हैं। एको नाम हुक्म है नानक सतगुर दिया बुझाए जियो। हुक्म दे विच और दूसरा रजाई ओदे भाणे दे विच चलना पऊ। नानक लिखिया नाल। ये धुरों ही उस परमात्मा दी साडे जिहड़े पिछले कर्म होणगे, साडे कर्मां दे अनुसार ये चीज़ साडे नाल आएगी। प्रभु की किरपा है, किसे थोड़ी किसे कनेरी, कईयां ते बहुत किरपा हुंदी है। वो जन्म तो ही इस पासे लग गए अपना पूरा जन्म सवार लेंदे है। कईयां ते थोड़ी हुंदी है बख्शिश, कईयां ते हुंदी नहीं है। कईयां नूं जिन्हां ते हुंदी नहीं है उन्हां नूं फिर परमात्मा संजोग बना दिंदे आ, उन्हां नूं नाम जपण वालियां दी संगत बख्श दिंदे आ। सचियार होण वास्ते जे उन्हां दे भाग परमात्मा ने लिखे होणगे। लेकिन ਇਹਦੇ ਚ बड़ी एक इंपॉर्टेंट गल है कि सारा कुछ ਉਹਦੇ ਤੇ ना सिटीए। बच्चा जिहड़ा है टीचर, जे बच्चा नहीं पढ़ता सारा कसूर टीचर का नहीं है, टीचर ने पढ़ाया उन्होंने सारा साल। इसे करके लिखे अकली साहिब सेविए अकली कीचे दान। अकल नूं वरतना जिहड़ा मुख साडा उद्यम जिन्हों कहा, मेहनत जिन्हों आपां कहने आ, ये करनी पैनी है। हुक्म भी मनना पैना, ओदी रजा दे विच भी आउणा पैना। हुक्मे रजाई चलना नानक लिखिया नाल। ये कईयां नूं धुर तो लिखिया मिल जांदा, कईयां दे भाग जाग जांदे आ। इत्थे नंबर 1 हो गया, स्टैंजा पूरा हो गया। नाम दे विच लगना, भाणे विच रहना, ये पूर्वले कर्मां दी बदौलत ही होएगा। आद गुरे नमै जुगाद गुरे नमै सत गुरे नमै श्री गुरुदेव ए नमः। है ना, ये ओदे अगे ही नमस्कार है, उस अकाल पुरख अगे ही नमस्कार है। एको नाम हुक्म है, वो इको नाम असीं जपण दी जिहड़ी गल करदे आ रहे हैं। इस बाणी दे विच ओदी प्रौढ़ता हो रही है कि सचियार होण दा जिहड़ा होया किवें जाए। ਉਹਦੇ ਵਿੱਚ ਨਾਲ ਦੀ ਨਾਲ जवाब है। पहला क्वेश्चन है गुरु ग्रंथ साहब ਦੇ ਵਿੱਚ, ਇਹ ਪਹਿਲਾ क्वेश्चन है किव सचियारा होई है। फर्स्ट एंड लास्ट क्वेश्चन ऑफ गुरु ग्रंथ साहब कि रब दे नेड़े किवें होया जाए, ये माया दे बंधना तो किदां छुटकारा पाया जाए। और ओदी एक टुक सतगुरु ने जवाब देता, कहंदे हुक्म दे विच आ, भाणे दे विच आ। ठीक है, ये तेरे कर्मां दे अनुसार, पूर्वले कर्मां दे अनुसार ये नाल तेरे लिखिया आया, लेकिन तेनू सोझी भी बख्श दिती है। सोझी किहड़ा नहीं बख्श दिती। हाँ, किसी बंदे नू कोई धुरों जिहड़ा कईयां दे दिमाग नहीं काम करदे, जिन्होंने आपां सीधे कह दिंदे आ, वो परमात्मा दी मर्जी है, कुछ नहीं किया जा सकदा ओदी महिमा दे बारे। पर लेकिन जिन्हां दे दिमाग तंदुरुस्त ने, चंगे भले चलदे आ, वो ते सोच सकदे आ ना भी साडा भला किहदे विच है। गुरबाणी पढ़ के ते समझ आ सकदी है, अमल करके ते समझ आ सकती है। इस तरह गुरबाणी दी असीं विचार करनी है। गुरबाणी दे पाठ करो, मुबारक है। गुरबाणी नूं याद करो, मुबारक है। लेकिन गुरबाणी दे उत्ते अमल करना पैना। सिंपल देखो, फिर मैं एग्जाम्पल्स उथों लेना जिहड़े असीं रोज पढ़ते हैं। देखो, मन कामना तीर्थ दे छुटै, गौड़ी सुखमनी, पन्ना 265।
कहते गर्भ गुमान ना मन ते हुटै, सोच करे दिन सर रात। ਉਹਨੂੰ ਬੰਦੇ ਨੂੰ ਫਿਕਰ ਹੀ ਪਿਆ ਰਹਿੰਦਾ ਵੀ ਮੈਂ ਸੁੱਚਾ ਵੀ ਹਾਂ, ਗੁਟਕੇ ਨੂੰ ਹੱਥ ਲਾਉਣਾ, ਮੇਰੇ ਹੱਥ ਸੁੱਚੇ ਵੀ ਨੇ। ਉਹ ਫੇਰ ਧੋਂਦਾ ਬਾਹਰ ਕੇ, ਉਹਨੂੰ ਭੁੱਲ ਜਾਂਦਾ, ਫੇਰ ਜਾ ਕੇ ਬਾਥਰੂਮ 'ਚ ਧੋਈ ਜਾਂਦਾ। ਮਨ ਕੀ ਮੈਲ ਨਾ ਤਨ ਤੇ ਜਾਤ। ਤਨ ਨੂੰ ਜੋ ਮਰਜੀ ਜਿੰਨਾ ਮਰਜੀ ਨਵਾਈ ਧਵਾਈ ਜਾਓ, ਜਿਹੜੇ ਮਰਜੀ ਮਾਨਸਰੋਵਰ 'ਚ ਜਾ ਕੇ ਇਸ਼ਨਾਨ ਕਰ ਲਓ, ਮਨ ਦੀ ਮੈਲ ਨਹੀਂ ਪੂਰੀ ਉਹ ਉਤਰਨੀ। ਮਨ ਦੀ ਮੈਲ ਨੂੰ ਕੋਈ ਫਰਕ ਹੀ ਨਹੀਂ ਪੈਣਾ, ਜ਼ੀਰੋ। ਨਹਾ ਕੇ ਮਨ ਦੀ ਮੈਲ ਜਿਹੜੀ ਆ ਉਹ ਉੱਥੇ ਦੀ ਉੱਥੇ ਹੀ ਖੜੀ ਹੈ। ਇਸ ਦੇਹੀ ਕੋ ਬਹੁ ਸਾਧ ਨਾ ਕਰੇ, ਮਨ ਤੇ ਕਬਹੋਂ ਨਾ ਵੇਖਿਆ ਟਰੈ। ਮਨ ਤੋਂ ਤੇ ਕਦੇ ਮਾਇਆ ਦਾ ਪ੍ਰਭਾਵ ਟਲਦਾ ਹੀ ਨਹੀਂ ਹੈ। ਜਲ ਧੋਵੈ ਬਹੁ ਦੇਹ ਅਨੀਤ। ਇਹ ਜਿਹੜਾ ਸਰੀਰ ਜਿਹੜਾ ਨਾਸਵੰਤ ਹੋਣਾ, ਜਿਹੜਾ ਖਤਮ ਹੋਣਾ ਹੈ, ਉਹਨੂੰ ਪਾਣੀ ਨਾਲ ਹੀ ਧੋਈ ਜਾਂਦਾ। ਸੁੱਧ ਕਹਾਂ ਹੋਏ ਕਾਚੀ ਭੀਤ। ਇਹ ਕੱਚੀ ਕੰਧ ਕਦੋਂ ਪਵਿੱਤਰ ਹੋਈ ਏਦਾਂ ਦੇ ਕੰਮ ਕਰਕੇ। ਮਨ ਹਰ ਕੇ ਨਾਮ ਕੀ ਮਹਿਮਾ ਊਚ। ਉਹ ਕਾਲਪੁਰਖ ਦੇ ਨਾਮ ਦੀ ਮਹਿਮਾ ਬਹੁਤ ਉੱਚੀ ਹੈ। ਨਾਨਕ ਨਾਮੇ ਉਧਰੇ ਪਤਤ ਬਹੁ ਮੂਚ। ਨਾਮ ਦੀ ਬਰਕਤ ਨਾਲ ਹੀ ਅਣਗਿਣਤ ਮੰਦ ਕਰਮੀ ਜੀਵ ਜਿਹੜੇ ਆ ਵਿਕਾਰਾਂ ਤੋਂ ਬਚ ਜਾਂਦੇ ਨੇ। ਏਦਾਂ ਸਚਿਆਰ ਬਣਨਾ। ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੇ ਪਾਲ। ਜਪੋ ਤਾਂ ਏਕੋ ਨਾਮਾ, ਅਵਰ ਨਿਰਾਫਲ ਕਾਮਾ। ਹੁਕਮੇ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਫਿਰ ਕਈ ਸਾਰੀ ਜਿਹੜੀ ਮੈਂ ਪਹਿਲਾਂ ਦੱਸ ਆਇਆ ਵੀ ਸਾਰੀ ਇਸ ਬਾਣੀ ਦੀ ਅੱਗੇ ਜਿੰਨੇ ਸ਼ਬਦ ਨੇ, ਸਾਰੀ ਇਸ ਬਾਣੀ ਦੀ ਐਕਸਪਲੇਨੇਸ਼ਨ ਹੈ। ਮਨ ਨਹੀਂ ਸੂਚਾ ਕਿਆ ਸੋਚ ਕਰੀਜੈ। ਅੰਤਰ ਮੈਲ ਅੰਤਰੇ ਮੈਲ ਤੀਰਥ ਪਰਮੀਜੈ। ਅੰਦਰ ਮਨ ਜਿਹੜਾ ਹੈ ਉਹ ਵਿਕਾਰਾਂ ਨਾਲ ਭਰਿਆ ਪਿਆ, ਤੇ ਬਾਹਰ ਉਹ ਤੀਰਥਾਂ ਦੇ ਇਸ਼ਨਾਨ ਕਰਨ ਨਿਕਲਿਆ। ਕਿਰਤ ਪਿਆ ਦੋਸ਼ ਕਾ ਕੋ ਦੀਜੈ। ਉਹ ਪਿਛਲੇ ਕੀਤੇ ਕਰਮਾਂ ਦੇ ਅਨੁਸਾਰ ਜਿਹੜੇ ਇਸ ਜਨਮ 'ਚ ਸੰਸਕਾਰ ਮਿਲ ਗਏ, ਉਹਨਾਂ ਦੀ ਜਿਹੜੀ ਸਿੱਖਿਆ ਮਿਲ ਗਈ, ਉਹਦੇ ਅਕੋਰਡਿੰਗਲੀ ਉਹ ਕੰਮ ਕਰੀ ਜਾ ਰਿਹਾ। ਕਿਹਦਾ ਦੋਸ਼ ਦਈਏ ਅਸੀਂ? ਉਹ ਪਰ ਜੇ ਸੰਗਤ ਬਖਸ਼ ਦਿੱਤੀ ਹੈ, ਜੇ ਗੁਰਬਾਣੀ ਦੀ ਕੋਈ ਗੁਰਬਾਣੀ ਨੂੰ ਗਾਈਡ ਕਰਨ ਵਾਲਾ ਤੁਹਾਨੂੰ ਚੰਗਾ ਮਿਲ ਗਿਆ, ਗੁਰਬਾਣੀ ਨੂੰ ਸਮਝਾਉਣ ਵਾਲਾ ਚੰਗਾ ਮਿਲ ਗਿਆ, ਗੁਰਬਾਣੀ ਨੂੰ ਆਪ ਤੁਹਾਡੇ 'ਚ ਹਿੰਮਤ ਹੈਗੀ ਹੈ, ਸਮਾਂ ਹੈਗਾ, ਤੇ ਉਹਨੂੰ ਪੜ੍ਹੋ। ਨਾਵੋ ਧੋਵੋ ਤਿਲਕ ਚੜਾਵੋ, ਸੱਚ ਵਿਣ ਸੋਚ ਨਾ ਹੋਈ। ਪਤ ਵਿਣ ਪੂਜਾ ਸਤ ਵਿਣ ਸੰਜਮ, ਜਤ ਵਿਣ ਕਾਹੇ ਜਨੇਊ। ਆ ਲੋ ਗੁਰਬਾਣੀ ਦੀ ਤੁਕ ਹੈ, ਪੰਨਾ ਨੰਬਰ 903 ਤੇ, ਔਰ ਇਹ ਗੁਰੂ ਨਾਨਕ ਦੀ ਬਾਣੀ ਹੈ, ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਹੈ। ਸ਼ਬਦ ਹੈ, ਜੀਵਨ ਤਲਬ ਨਿਵਾਰ ਹੋਵੇ ਪਰਵਾਣਾ, ਕਰੇ ਧਿਆਣਾ ਕਲ ਲਖਣ ਵਿਚਾਰ। ਉਸ ਸ਼ਬਦ 'ਚ ਆਉਂਦਾ, ਕਹਿੰਦੇ ਪਤ ਵਿਣ ਪੂਜਾ ਸਤ ਵਿਣ ਸੰਜਮ, ਜਤ ਵਿਣ ਕਾਹੇ ਜਨੇਊ। ਨਾਵੋ ਧੋਵੋ ਤਿਲਕ ਚੜਾਵੋ, ਸੱਚ ਵਿਣ ਸੋਚ ਨਾ ਹੋਈ। ਸੋ ਇਸ ਤਰ੍ਹਾਂ ਮਿਹਨਤ ਕਰਨੀ ਹੈ, ਰਿਲੇਟਿਵ ਸਟੱਡੀ ਕਰਨੀ ਹੈ ਗੁਰਬਾਣੀ ਦੀ, ਆਪ ਵੀ ਕਰਨੀ ਹੈ। ਇਹ ਕੋਈ ਹੈ ਹੀ ਨਹੀਂ ਗੱਲ ਵੀ ਜੇ ਆਪਾਂ ਮਾਈਂਡ ਸੈਟ ਚੇਂਜ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਅਸੀਂ ਚੇਂਜ ਨਾ ਹੋਵਾਂਗੇ। ਗੁਰਬਾਣੀ 'ਚ ਗੁਰਬਾਣੀ ਦੇ ਗਿਆਨ ਨੂੰ ਪੜ੍ਹ ਕੇ ਸਮਝੇ, ਸੂਝੇ, ਪੜ੍ਹ ਬੁੱਝੇ। ਕਿਵ ਸਚਿਆਰਾ ਹੋਈ ਹੈ, ਕਿਵੇਂ ਸਚਿਆਰਾ ਹੋਵਾਂਗੇ? ਚੰਗੇ ਅਮਲ, ਗੁਰਬਾਣੀ ਨੂੰ ਅਮਲ 'ਚ ਲੈ ਕੇ ਆਓ। ਕਿਵ ਕੂੜਾ ਟੁੱਟੇ ਪਾਲ। ਇੱਕੋ ਇੱਕ ਭਗਤੀ ਦਾ ਰਸਤਾ ਹੈ, ਨਾਮ ਜਪਣ ਦਾ ਰਸਤਾ ਹੈ। ਹੁਕਮੇ ਰਜਾਈ, ਹੁਕਮ ਇੱਕ ਵੱਖਰੀ ਗੱਲ ਹੈ, ਰਜ਼ਾ ਇੱਕ ਵੱਖਰੀ ਗੱਲ ਹੈ। ਹੁਕਮ ਦੇ ਵਿੱਚ ਰਹਿਣਾ ਪਊਗਾ ਸਾਨੂੰ। ਭਗਤੀ ਦਾ ਮਾਰਗ ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਈ ਜੀਓ। ਰਜ਼ਾ ਹੈ ਉਹਦਾ ਭਾਣਾ, ਜੋ ਪਰਮਾਤਮਾ ਨੂੰ ਜੋ ਰਜ਼ਾ ਹੈ ਉਹਦੀ, ਉਹਨੂੰ ਉਹਦੇ ਵਿੱਚ ਭਾਣੇ ਵਿੱਚ ਰਹਿਣਾ। ਨਾਨਕ ਲਿਖਿਆ ਨਾਲ। ਸੋ ਅੱਜ ਦੀ ਵਿਚਾਰ ਆਪਾਂ ਇੱਥੇ ਇਹਨੂੰ ਰੱਖ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਮੀਦ ਕਰਦੇ ਹਾਂ ਆਪ ਜੀ ਸਾਰੇ ਠੀਕ ਠਾਕ ਹੋਵੋਗੇ। ਸਮਾਂ ਕੱਢ ਕੇ ਬੈਠਕ
ਜੁਆਇਨ ਕਰਨ ਲਈ, ਬੈਠਕ ਵਿੱਚ ਸ਼ਾਮਲ ਹੋਣ ਵਾਸਤੇ ਸਾਰਿਆਂ ਦਾ ਬਹੁਤ ਧੰਨਵਾਦ ਹੈ। ਕੋਸ਼ਿਸ਼ ਕਰਿਆ ਕਰੋ ਕਿ ਆਪਾਂ ਅੱਧਾ ਘੰਟਾ ਜਦੋਂ ਨਾਮ ਅਭਿਆਸ ਕਰੀਦਾ ਉਦੋਂ ਸਾਰੇ ਆਪਾਂ ਇੱਥੇ ਹਾਜ਼ਰ ਰਹੀਏ। ਇਹ ਗੱਲਾਂ ਇੰਟਰਸਟ ਬਹੁਤ ਹੈ, ਬਾਣੀ ਸਮਝਣੀ ਵੀ ਜ਼ਰੂਰੀ ਹੈ, ਬਾਣੀ ਪੜ੍ਹਨੀ ਵੀ ਜ਼ਰੂਰੀ ਹੈ, ਲੇਕਿਨ ਜਦੋਂ ਆਪਾਂ ਸੰਗਤੀ ਰੂਪ ਦੇ ਵਿੱਚ ਨਾਮ ਅਭਿਆਸ ਕਰਦੇ ਹਾਂ, ਆਪਾਂ ਸਮਾਂ ਬੰਨ੍ਹਿਆ, ਤੇ ਉਸ ਵੇਲੇ ਜ਼ਰੂਰ ਸ਼ਾਮਲ ਹੋਵੋ। ਆਪਾਂ 3 ਅੱਖਰਾਂ ਦੀ ਗੱਲ ਕਰਦੇ ਆ ਰਹੇ ਹਾਂ। ਥੋੜਾ ਜਿਹਾ ਆਪਾਂ ਫਿਰ ਇੱਕ ਵਾਰੀ ਰਿਵਾਈਜ਼ ਕਰ ਲਈਏ। ਇੱਕ ਜੱਜਾ ਪੱਪਾ ਔਰ ਦੂਸਰਾ ਜੱਜਾ ਪੱਪਾ ਪੱਪੇ ਨੂੰ ਸਿਹਾਰੀ, ਤੀਸਰਾ ਜੱਜਾ ਤੇ ਪੱਪਾ। ਜਿੱਥੇ ਪੱਪੇ ਨੂੰ ਔਂਕੜ ਹੈ, ਇਹ ਔਂਕੜ ਵੀ 3-4 ਕੰਮ ਕਰਦਾ ਸਾਰੀ ਗੁਰਬਾਣੀ 'ਚ। ਉਹ ਆਪਾਂ ਜਿੱਥੇ ਜਿੱਥੇ ਸ਼ਬਦ ਆਉਂਦੇ ਜਾਣਗੇ, ਜਿਵੇਂ ਜਿਵੇਂ ਔਂਕੜ ਦੀ ਵਰਤੋਂ ਹੋਏਗੀ, ਆਪਾਂ ਉੱਥੇ ਹਾਈਲਾਈਟ ਕਰੀ ਵੀ ਜਾ ਰਹੇ ਹਾਂ ਔਰ ਗਾਂਹ ਵੀ ਕਰੀ ਜਾਵਾਂਗੇ। ਇਹ ਹੈ ਹੁਕਮ ਕਿ ਇਹ ਜਪਣਾ ਹੈ, ਇਸ ਤੋਂ ਬਿਨਾਂ ਗੁਜ਼ਾਰਾ ਨਹੀਂ ਹੈ। ਦੂਸਰਾ ਪੱਪੇ ਨੂੰ ਸਿਹਾਰੀ ਕਿ ਜਪ ਕੇ, ਹਰ ਜਪੇ। ਜਪ ਕੇ ਸਾਨੂੰ ਹੋਣਾ ਕੀ ਹੈ? ਪਿਛਲੀ ਵਾਰੀ ਆਪਾਂ ਸ਼ਬਦ ਵਿਚਾਰਿਆ ਸੀ, ਉਹਦੇ 'ਚ ਆਇਆ ਸੀ ਪੱਪੇ ਨੂੰ ਸਿਹਾਰੀ, ਚੰਗੀ ਤਰ੍ਹਾਂ ਨਖੇੜਿਆ ਸੀ ਉੱਥੇ। ਆਪ ਸਾਰਿਆਂ ਨੇ ਵੀ ਕੋਸ਼ਿਸ਼ ਕਰਨੀ ਹੈ ਕਿ ਆਪ ਵੀ ਬਾਣੀ ਪੜ੍ਹ ਕੇ ਬਾਣੀ ਨੂੰ ਸਮਝਣਾ, ਔਰ ਇਹ ਜਿਹੜੇ ਸਿਹਾਰੀਆਂ ਬਿਹਾਰੀਆਂ ਔਂਕੜ ਲੱਗੇ ਨੇ, ਇਹਨਾਂ ਦੀ ਵੈਲਿਊ ਨੂੰ ਸਮਝਣਾ। ਫਾਰਮੂਲੇ ਅਸੀਂ ਦੱਸਦੇ ਆ ਰਹੇ ਹਾਂ। ਅੱਜ ਆਪਾਂ ਜਿਹੜਾ ਤੀਸਰਾ ਹੈ ਜੱਜਾ ਪੱਪਾ, ਸਕਰੀਨ ਤੇ ਦਰਸ਼ਨ ਕਰੋ। ਜੱਜਾ ਪੱਪਾ, ਸਿਰਫ ਅੱਗੇ ਤੱਤਾ ਪੱਪਾ, ਸਿਰਫ ਨਾ ਔਂਕੜ ਨਾ ਸਿਹਾਰੀ। ਸੰਜਮ, ਕੋਈ ਔਂਕੜ ਨਹੀਂ ਹੈ, ਕੋਈ ਸਿਹਾਰੀ ਨਹੀਂ ਹੈ। ਕਰਮ, ਕੋਈ ਔਂਕੜ ਨਹੀਂ ਹੈ, ਕੋਈ ਸਿਹਾਰੀ ਨਹੀਂ ਹੈ। ਹਾਂ, ਹਰ ਬਿਨ, ਬਿਨ ਦੇ ਨੰਨੇ ਨੂੰ ਔਂਕੜ ਹੈ। ਇਹ ਸ਼ਬਦ ਵੱਲ ਇਸ਼ਾਰਾ ਹੈ ਕਿ ਇਸ ਤੋਂ ਬਿਨਾਂ, ਹਾਈਲਾਈਟ ਕਰ ਦਿੱਤਾ, ਇਸ ਤੋਂ ਬਿਨਾਂ ਸਭ ਕੁਝ ਵਿਅਰਥ ਹੈ। ਹਰ ਬਿਨ ਅਵਰ ਕਿਰਿਆ ਬਿਰਥੇ। ਅੱਜ ਆਪਾਂ ਸ਼ਬਦ ਲੈ ਰਹੇ ਹਾਂ ਗੌੜੀ ਮਾਲਾ ਮਹੱਲਾ 5ਵਾਂ, ਪੋਥੀ ਪੰਨਾ ਨੰਬਰ 216, 216, ਪੇਜ ਨੰਬਰ 216। ਸੋ ਹਰ ਬਿਨ ਅਵਰ ਕਿਰਿਆ ਬਿਰਥੇ। ਆਪਾਂ ਸ਼ਬਦ ਗੁਰੂ ਨਾਨਕ ਦਾ ਆਲਵੇਜ਼ ਹਵਾਲਾ ਦਿੰਦੇ ਹਾਂ, ਜਪੋ ਤਾਂ ਏਕੋ ਨਾਮਾ, ਅਵਰ ਨਿਰਾਫਲ ਕਾਮਾ। ਹੂ ਬਹੂ ਬਿਲਕੁਲ ਉਸੇ ਗੱਲ ਦੀ ਪ੍ਰੋੜਤਾ ਹੈ, ਬਾਰ-ਬਾਰ ਜ਼ੋਰ ਦਿੱਤਾ ਗਿਆ। ਇੱਥੇ ਮਹੱਲਾ 5ਵਾਂ ਇਹੀ ਵਿਚਾਰ ਕਰ ਰਿਹਾ ਕਿ ਨਾਮ ਜਪਣ ਤੋਂ ਬਿਨਾਂ ਸਾਰੇ ਕਾਜ ਵਿਅਰਥ ਨੇ, ਜੇ ਉਹ ਧਾਰਮਿਕ ਸਮਝ ਕੇ ਕੀਤੇ ਜਾ ਰਹੇ ਆ। ਕਰਮ ਧਰਮ ਪਖੰਡ ਜੋ ਦਿਸੈ, ਇਹ ਸ਼ਬਦ ਆਪਾਂ ਵਿਚਾਰ ਲਿਆ। ਮੈਂ ਮੋਟਾ ਰਿਵਾਈਜ਼ ਕਰਦਾ ਆ ਰਿਹਾ ਕਿ ਧਰਮ ਦੇ ਖੇਤਰ ਦੇ ਵਿੱਚ ਜਿਹੜੀ ਵੀ ਚੀਜ਼ ਆਪਾਂ ਨੂੰ ਨਜ਼ਰ ਆ ਰਹੀ ਹੈ ਔਰ ਆਪਾਂ ਸਮਝ ਰਹੇ ਹਾਂ ਕਿ ਇਹ ਸਾਡਾ ਕੰਮ ਜਿਹੜਾ ਇਹ ਰੱਬ ਨੂੰ ਪਹੁੰਚ ਰਿਹਾ, ਜਾਂ ਰੱਬ ਦੀ ਭਗਤੀ ਦੇ ਵਿੱਚ ਇਹ ਕਾਜ ਨਾਲ ਸਾਡੀ ਹੈਲਪ ਹੋ ਰਹੀ ਹੈ, ਸਾਡੇ ਅਧਿਆਤਮ ਨੂੰ ਇੱਕ ਤਰ੍ਹਾਂ ਦਾ ਜ਼ੋਰ ਮਿਲ ਰਿਹਾ, ਪੁਸ਼ ਮਿਲ ਰਿਹਾ ਕਿ ਅਸੀਂ ਅਕਾਲ ਪੁਰਖ ਵਾਲੇ ਪਾਸੇ ਵੱਧ ਰਹੇ ਹਾਂ, ਉਹ ਨਾ ਸੋਚੋ, ਕਿਉਂਕਿ ਉਹ ਹੈ ਹੀ ਨਹੀਂ ਹੈ, ਕਾਊਂਟ ਗਿਣਤੀ ਦੇ ਵਿੱਚ ਹੀ ਨਹੀਂ ਹੈ। ਹਰ ਬਿਨ ਅਵਰ ਕਿਰਿਆ ਬਿਰਥੇ। ਹੋਰ ਕਿੱਦਾਂ ਪਾਤਸ਼ਾਹ ਸਮਝਾਉਣਗੇ, ਕਿੱਦਾਂ ਆਪਾਂ ਸਮਝਾਂਗੇ? ਜਪੋ ਤਾਂ ਏਕੋ ਨਾਮਾ, ਅਵਰ ਨਿਰਾਫਲ ਕਾਮਾ। ਇਹ ਜਿੰਨੇ ਕਰਮ ਕਾਂਡ ਨੇ, ਸਭ ਤੋਂ ਵੱਡਾ ਜਿਹੜਾ ਕਰਮ ਕਾਂਡ ਹੈ, ਇਹਨਾਂ ਮਹੱਲਿਆਂ ਦੀ ਬਾਣੀ ਹੈ। ਮਹੱਲਾ 5ਵਾਂ
पाठ पढ़ियो अर वेद विचारियो निवल भोंगम साधे पंच जना सो संग न छुटकियो अदक अंग बुध बाधे प्यारे इन विद मिलन न जाई मैं कीए कर्म अनेका। सब तो वड्डा जिहड़ा कर्म कांड है सिੱਖੀ ਦੇ ਵਿੱਚ ब्रह्मणवाद के प्रभाव हेठ सनातन के प्रभाव हेठ पाठां का काम हो रहा कि जो लिखिया उन्होंने अमल च नहीं लैके आना, उहदे पाठ करी जाओ। ਇਹਦੇ ਨਾਲ ਕੱਖ नहीं सवरेगा, किते प्रौढ़ता नहीं की गई इस चीज़ की कि हाँ समझे सूझे पढ़ पढ़ बूझे। इस चीज़ की प्रौढ़ता की गई है कि आपां गुरबाणी नूं पढ़ पढ़ के समझना। एक बार पढ़ो, दूजी बार पढ़ो, 10 बार पढ़ो, 15-20 बार पढ़ो, रज के पढ़ो, लेकिन उन्होंने समझना है कि असी इनू फॉलो भी कर रहे हैं। जो वो सानू कह रही है उन्होंने असी फॉलो करना अपने अपने दिलो दिमाग के उत्ते, अपने शरीर जिसदा भी सानू गाइडेंस दिंदी है गुरबाणी उदा उन्होंने फॉलो करना। ये नहीं है कोई इंस्ट्रक्शन लिखी है तो उन्होंने पढ़ी जाओ। हुण एक बच्चा कोई मैथमैटिक्स दे विच वीक होवे, ਉਹਨੂੰ टीचर की कहूगा भी तू ये किताब नूं रुमालियां च लपेट के या कपड़ियां च लपेट के ਇਹਦੀ पूजा करनी शुरू कर दे। ਉਹ नहीं, ਉਹ कहेगा कि मेहनत कर होर। किताब नूं सिर ते झूटे देने शुरू कर दे, नहीं, ਉਹ कहेगा कि किताब पढ़ खोल के ਇਹਨੂੰ याद कर, बार बार पढ़ के देख कि ਤੈਨੂੰ समझ पएगी। जे नहीं समझ पैंदी ते मैं तैਨੂੰ समझाऊंगा। सीधी जी गल है। ਇੱਥੇ हर बिन अवर किरिया बिरथे हुण आ गया जिहड़े कर्म कांड जप सारी गुरबाणी दे विच जिथे ये अखर होएगा जज्जा ते पप्पा वो कर्म कांड होएगा और वो करन दी मनाही होएगी हमेशा। मैं पिछली बार थोड़ा जिहा हवाला दिता सी मिसटेक्स दे बारे, शब्द कढ के आप जी नूं दिखा चुके हैं। इस तरह दियां मिसटेक्स भी हैं, वो आपां हाईलाइट नाल नाल करते जावांगे रीजन दे के। हुण इत्थे रीजन ये है, इत्थे बिल्कुल ठीक है स्पैलिंग, क्यों? क्योंकि इत्थे हर बिन नन्ने नूं औंकड़ आ गया कि एक नाम जपण तो बिना सारे काज व्यर्थ ने। मिथे होए धार्मिक काम साडे काम नहीं आ सकते। क्यों? जप तप संजम कर्म कमाणे एहे ओरै मूसे। ये सिर्फ जिहड़े आपां मन नूं तसल्ली देण वास्ते कि जी 40 पाठ कर लो सुखमनी साहब दे, जपजी साहब दे 51 पाठ कर लो, सुखमनी साहब दे 31 पाठ कर लो। ये जप तप कहंदे इहनूं गिण मिथ के पौड़ियां ते पैरां नूं पाण एक पैर ते खड़े होके पाठ कर लो। हुण ते चलो नहीं करदे, कई पहलां किलियां नाल केस बन के या दरख्तां नाल केस बन के करदे सी इदां दे काम। बथेरे टोले होए आ साधां दे जिहड़े आ काम करदे रहे और दुनिया नूं इन्हां ने अन्निया कर दिता। बिल्कुल आपां इस चीज़ तो बचना है। गुरबाणी साडा गुरु है, गुरबाणी साडा ज्ञान है। गुरबाणी दे विचों नाम निकल के जिहड़ा बाहर आ रहा है, एक अखर वाल इशारा कर रहे सारे महल्ले सारे भगत भगती करन वाल, नाम दा अभ्यास करन वाल असीं वो काम करना, उत्ते जोर देना। संजम लफज आ गया। संजम दा डिक्शनरी मीनिंग है रहत मर्यादा, कोड ऑफ कंडक्ट। संयम करना कि मैं आ काम करन वास्ते इदां दे वस्त्र पाउणे आ, मैं आ काम करन वास्ते पहला नहाउणा है, मैं आ काम करन वास्ते इदां दा अपना स्वरूप बना के रखना। वो हैरानी की गल है, कई बारी आ गुरुद्वारियां च देखिया कई बारी गल करनी पै जाती है। आई एम रियली सॉरी, मैं खिमा मंगदा सारियां तो। दाड़ी भी माड़ी जी बन्नी होए ना किसी की, कई गुरसिख दाड़ी बन के रखते हैं, उन्होंने रौल ते नहीं बहन देंगे, पाठ की सेवा नहीं करन देंगे उन्होंने, भी कहते दाड़ी खोल के आओ। हद हो गई भाई, किदां दे कर्म कांड। सिर दे केस भी ते बन्ने हैं, जूड़ा भी ते बन के कीता। इस तरह ये कर्म कांड ने, इन्हां नूं किहा कर्म कांड। ये है संजम, ये कर्म कमाने। ये ओरै मूसे, ये कहंदे तू करी ते जा रहा पर ये तेरे इत्थे ही रह जाने आ, इत्थे ही लुटे जाने आ। मूसे दा आखरी अर्थ है चूहा। चूहा किदां? चूहा रस्सी टुकदा, ये कहंदे इत्थे ही वो खत्म हो जाने तेरे। ओरै मूसे मतलब
ਇਹ ਇਹਨਾਂ ਦੀ ਕੋਈ